ਅੱਜ ਆਪਾਂ ਡਿਸਕਸ ਕਰਾਂਗੇ ਫॉलोअप्स ऑफ डिस्क्राइब अ सक्सेसफुल पर्सन who you once study or work with। ਕੋਈ ਸਕਸੈਸਫੁਲ ਪਰਸਨ ਹੋਵੇ ਜਿਹਦੇ ਨਾਲ ਤੁਸੀਂ ਕੰਮ ਕੀਤਾ ਹੋਵੇ ਜਾਂ ਸਟੱਡੀ ਕੀਤੀ ਹੋਵੇ, ਉਸਦੇ ਜਿਹੜੇ ਫॉलोअप्स ਨੇ। ਜੇ ਇਸ ਕਿਊ ਕਾਰਡ ਦਾ ਡਿਫਰੈਂਟ ਆਈਡੀਆ ਚਾਹੀਦਾ ਹੋਗਾ ਤਾਂ ਉਹ ਆਪਣੇ YouTube ਚੈਨਲ ਦੇ ਉੱਤੇ ਪਿਆ ਹੈਗਾ, ਤਾਂ ਤੁਸੀਂ ਉਸ ਵੀਡੀਓ ਨੂੰ ਵੀ ਦੇਖ ਸਕਦੇ ਹੋਗੇ। ਫਸਟ ਕੁਐਸਚਨ ਹੈਗਾ ਇਜ਼ ਮਨੀ ਓਨਲੀ ਮੈਜ਼ਰ ਆਫ ਸਕਸੈਸ ਇਨ ਯੂਰ ਕੰਟਰੀ, ਕਿ ਇਕੱਲੀ ਮਨੀ ਨਾਲ ਹੀ ਮੈਜ਼ਰ ਕੀਤੀ ਜਾਂਦੀ ਹੈ ਸਕਸੈਸ ਤੁਹਾਡੀ ਕੰਟਰੀ ਦੇ ਵਿੱਚ। ਨੋ, ਮਨੀ ਇਜ਼ ਨਾਟ ਓਨਲੀ ਅ ਮੈਜ਼ਰ ਆਫ ਸਕਸੈਸ, ਕਿ ਜਿਹੜੀ ਨਹੀਂ ਮਨੀ ਦੇ ਨਾਲ ਨਹੀਂ ਮੈਜ਼ਰ ਕੀਤੀ ਜਾਂਦੀ ਸਕਸੈਸ ਇਨ ਐਨੀ ਕੰਟਰੀ, ਕਿਸੇ ਵੀ ਕੰਟਰੀ ਦੇ ਵਿੱਚ ਨਹੀਂ ਹੁੰਦਾ, ਇਨਕਲੂਡਿੰਗ ਮਾਈਨ, ਮੇਰੀ 'ਚ ਵੀ ਨਹੀਂ। ਬਾਈ ਫਾਈਨੈਂਸ਼ੀਅਲ ਵੈਲਥ ਕੈਨ ਬੀ ਵਨ ਐਸਪੈਕਟ ਆਫ ਸਕਸੈਸ, ਜਿਹੜਾ ਕਿ ਫਾਈਨੈਂਸ਼ੀਅਲ ਵੈਲਥ ਹੈਗੀ ਉਹ ਵੀ ਇੱਕ ਐਸਪੈਕਟ ਹੀ ਹੈਗਾ ਸਕਸੈਸ ਦਾ। ਪੀਪਲ ਆਲਸੋ ਵੈਲਿਊ ਅਦਰ ਫੈਕਟਰਸ, ਅਤੇ ਲੋਕ ਦੂਜੇ ਫੈਕਟਰਸ ਦੀ ਵੀ ਵੈਲਿਊ ਕਰਦੇ ਨੇ, ਜਿਵੇਂ ਕਿ ਫੁਲਫਿਲਮੈਂਟ ਹੋ ਗਿਆ, ਹੈਪੀਨੈਸ ਹੋ ਗਿਆ, ਕਰੀਅਰ ਅਚੀਵਮੈਂਟ ਹੋ ਗਿਆ, ਫੈਮਿਲੀ ਵੈਲਬੀਇੰਗ ਹੋ ਗਿਆ, ਐਂਡ ਕੰਟਰੀਬਿਊਸ਼ਨ ਟੂ ਦ ਕਮਿਊਨਿਟੀ ਔਰ ਸੁਸਾਇਟੀ, ਜਿਵੇਂ ਕੋਈ ਕੰਟਰੀਬਿਊਸ਼ਨ ਕਰਦਾ ਹੈਗਾ ਆਪਣੀ ਕਮਿਊਨਿਟੀ ਜਾਂ ਸੁਸਾਇਟੀ ਦੇ ਵਿੱਚ, ਤਾਂ ਇਹਨਾਂ ਚੀਜ਼ਾਂ ਨਾਲ ਵੀ ਆਪਾਂ ਸਕਸੈਸ ਨੂੰ ਮੈਜ਼ਰ ਕਰ ਸਕਦੇ ਹਾਂਗੇ। ਤਾਂ ਇਹ ਚੀਜ਼ਾਂ ਨਾਲ ਵੀ ਕੀਤੀ ਜਾਂਦੀ ਮੇਰੀ ਕੰਟਰੀ ਦੇ ਵਿੱਚ, ਤਾਂ ਤੁਸੀਂ ਇੱਦਾਂ ਕਹਿ ਸਕਦੇ ਹੋਗੇ। ਨੈਕਸਟ ਹੈਗਾ ਹਾਊ ਡੂ ਯੂ ਡਿਫਾਈਨ ਵੈਦਰ ਵਨ ਇਜ਼ ਸਕਸੈਸਫੁਲ ਪਰਸਨ, ਕਿ ਤੁਸੀਂ ਕਿਵੇਂ ਡਿਫਾਈਨ ਕਰਦੇ ਹੋ ਕਿ ਕੋਈ ਇੱਕ ਸਕਸੈਸਫੁਲ ਪਰਸਨ ਆ। ਡਿਫਾਈਨਿੰਗ ਵੈਦਰ ਸਮਵਨ ਇਜ਼ ਸਕਸੈਸਫੁਲ ਪਰਸਨ ਇਨਵੋਲਵ ਕੰਸੀਡਰਿੰਗ ਦੇਅਰ ਅਚੀਵਮੈਂਟ, ਪਰਸਨਲ ਫੁਲਫਿਲਮੈਂਟ ਐਂਡ ਕੰਟਰੀਬਿਊਸ਼ਨ ਟੂ ਦ ਸੋਸਾਇਟੀ। ਜੇ ਆਪਾਂ ਡਿਫਾਈਨਿੰਗ ਕਰੀਏ ਕਿਸੇ ਸਕਸੈਸਫੁਲ ਪਰਸਨ ਨੂੰ, ਉਹਦੇ ਵਿੱਚ ਇਨਵੋਲਵ ਹੁੰਦੀਆਂ ਚੀਜ਼ਾਂ ਜਿਵੇਂ ਉਸਦੀ ਅਚੀਵਮੈਂਟ ਹੋ ਗਿਆ, ਪਰਸਨਲ ਫੁਲਫਿਲਮੈਂਟ ਹੋ ਗਿਆ, ਜਾਂ ਕੰਟਰੀਬਿਊਸ਼ਨ ਹੋ ਗਿਆ ਉਸਦਾ ਸੋਸਾਇਟੀ ਲਈ। ਸਕਸੈਸ ਇਜ਼ ਅ ਸਬਜੈਕਟ ਕਨਸੈਪਟ, ਜਿਹੜਾ ਕਿ ਸਕਸੈਸ ਹੈਗਾ ਉਹ ਸਬਜੈਕਟਿਵ ਕਨਸੈਪਟ ਹੈ, ਐਂਡ ਇਟ ਵੇਰੀਜ਼ ਫਰੋਮ ਪਰਸਨ ਟੂ ਪਰਸਨ, ਅਤੇ ਵੇਰੀ ਕਰਦਾ ਹੈਗਾ ਵੱਖ ਪਰਸਨ ਦੇ ਉੱਤੇ, ਜਾਂ ਡਿਪੈਂਡਸ ਹੋਣਾ ਪਰਸਨ ਟੂ ਪਰਸਨ, ਇੱਦਾਂ ਵੀ ਕਹਿ ਸਕਦੇ ਹਾਂ ਆਪਾਂ। ਇਟ ਕੈਨ ਬੀ ਮੈਜ਼ਰ ਬਾਏ ਅਟੇਨਮੈਂਟ ਆਫ ਇੰਡੀਵਿਜੂਅਲ ਗੋਲਸ, ਤਾਂ ਇਹਦੇ ਵਿੱਚ ਆਪਾਂ ਮੈਜ਼ਰ ਕਰ ਸਕਦੇ ਹੈਗੇ ਇੰਡੀਵਿਜੂਅਲ ਦੇ ਗੋਲਸ, ਅੰਬੀਸ਼ਨਸ, ਪ੍ਰਾਪਤੀਆਂ ਉਸਦੀਆਂ, ਵੈਦਰ ਇਨ ਕਰੀਅਰ, ਭਾਵੇਂ ਉਹ ਕਰੀਅਰ ਦੇ ਵਿੱਚ ਹੋਣ, ਰਿਲੇਸ਼ਨਸ਼ਿਪ 'ਚ ਹੋਣ, ਪਰਸਨਲ ਗਰੋਥ ਔਰ ਕਮਿਊਨਿਟੀ ਇੰਪੈਕਟ 'ਚ ਹੋਣ। ਤਾਂ ਇੱਦਾਂ ਦੀਆਂ ਚੀਜ਼ਾਂ ਨਾਲ ਵੀ ਆਪਾਂ ਡਿਫਾਈਨ ਕਰ ਸਕਦੇ ਹਾਂਗੇ ਪਰਸਨ ਨੂੰ ਕਿ ਉਹ ਸਕਸੈਸਫੁਲ ਹੈਗਾ। ਉਸ ਤੋਂ ਨੈਕਸਟ ਹੈਗਾ ਵਟ ਇਜ਼ ਦਾ ਸਟੈਂਡਰਡ ਆਫ ਸਕਸੈਸ ਇਨ ਯੂਰ ਕੰਟਰੀ, ਕਿ ਤੁਹਾਡੀ ਕੰਟਰੀ ਦੇ ਵਿੱਚ ਕੀ ਸਟੈਂਡਰਡ ਹੈਗਾ ਸਕਸੈਸ ਦਾ। ਦਾ ਸਟੈਂਡਰਡ ਆਫ success in my country like in many others is multifaceted and vary among individuals, ਕਿ ਮੇਰੇ ਤੇ ਹੋਰ ਦੇਸ਼ਾਂ ਦੇ ਵਿੱਚ ਜਿਹੜਾ ਸਟੈਂਡਰਡ ਹੈਗਾ ਸਕਸੈਸ ਦਾ ਉਹ ਬਹੁਤ ਪੱਖੀ ਹੈਗਾ, ਐਂਡ ਵੇਰੀ ਕਰਦਾ ਹੈਗਾ ਪਰਸਨ ਟੂ ਪਰਸਨ। ਤੇ ਬਾਏ ਫਾਈਨੈਂਸ਼ੀਅਲ ਪ੍ਰੋਪਰਟੀਜ਼ ਇਜ਼ ਆਫਨ ਕੰਸੀਡਰ ਐਜ਼ ਅ ਬੈਂਚ ਮਾਰਕ ਆਫ ਸਕਸੈਸ, ਕਿ ਜਿਹੜੇ ਫਾਈਨੈਂਸ਼ੀਅਲ ਪ੍ਰੋਪਰਟੀਜ਼ ਹੁੰਦੀਆਂ ਉਹ ਹਮੇਸ਼ਾ ਹੀ ਕੰਸੀਡਰ ਕੀਤੀਆਂ ਜਾਂਦੀਆਂ ਨੇ ਇੱਕ ਬੈਂਚ ਮਾਰਕ ਦੀ ਤਰ੍ਹਾਂ ਸਕਸੈਸ ਦੇ ਵਿੱਚ। ਪੀਪਲ ਆਲਸੋ ਵੈਲਿਊ ਪਰਸਨਲ ਹੈਪੀਨੈਸ, ਅਤੇ ਪੀਪਲ ਆ ਜਿਹੜੇ ਉਹ ਪਰਸਨਲ ਹੈਪੀਨੈਸ ਦੀ ਵੀ ਵੈਲਿਊ ਕਰਦੇ, ਇਹਦੇ ਵਿੱਚ ਕਰੀਅਰ ਅਚੀਵਮੈਂਟ ਦੀ ਵੀ, ਐਜੂਕੇਸ਼ਨ ਅਟੇਨਮੈਂਟਸ ਦੀ ਵੀ, ਕੰਟਰੀਬਿਊਟ ਟੂ ਕਮਿਊਨਿਟੀ ਐਂਡ ਸੁਸਾਇਟੀ ਦਾ ਵੀ। ਸਕਸੈਸ ਕੈਨ ਬੀ ਆਲਸੋ ਮੈਜ਼ਰਡ ਬਾਈ ਫੈਕਟਰਸ ਸਚ ਐਜ਼ ਵਰਕ ਲਾਈਫ ਬੈਲੈਂਸ, ਫੁਲਫਿਲਿੰਗ ਰਿਲੇਸ਼ਨਸ਼ਿਪਸ ਐਂਡ ਦਾ ਪਰਸਨਲ ਗਰੋਥ। ਤਾਂ ਸਕਸੈਸ ਦੇ ਵਿੱਚ ਇਹ ਚੀਜ਼ਾਂ ਵੀ ਮੈਜ਼ਰ ਕੀਤੀਆਂ ਜਾਂਦੀਆਂ ਨੇ ਜਾਂ ਸਟੈਂਡਰਡ ਦੇ ਪ੍ਰਤੀ ਕੀਤੀਆਂ ਜਾਂਦੀਆਂ ਨੇ ਸਕਸੈਸ ਨੂੰ ਮੇਰੀ ਕੰਟਰੀ ਦੇ ਵਿੱਚ। ਇਸ ਤੋਂ ਨੈਕਸਟ ਹੈਗਾ ਇਜ਼ ਦੇਅਰ ਐਨੀ ਕੰਟਰਾਡਿਕਸ਼ਨ ਬਿਟਵੀਨ ਦ ਸਕਸੈਸ ਐਂਡ ਹੈਪੀਨੈਸ, ਕਿ ਇੱਥੇ ਕੋਈ ਕੰਟਰਾਡਿਕਸ਼ਨ ਹੈਗੀ ਹੈਪੀਨੈਸ ਅਤੇ ਸਕਸੈਸ ਦੇ ਵਿੱਚ। ਦੇਰ ਇਜ਼ ਅ ਨਾਟ ਨੈਸੈਸਰਲੀ ਅ ਕੰਟਰਾਡਿਕਸ਼ਨ ਬਿਟਵੀਨ ਦ ਸਕਸੈਸ ਐਂਡ ਹੈਪੀਨੈਸ, ਕਿ ਇੱਥੇ ਕੋਈ ਜ਼ਰੂਰੀ ਨਹੀਂ ਹੈ ਕਿ ਉਹਨਾਂ ਦੇ ਵਿੱਚ ਕੰਟਰਾਡਿਕਸ਼ਨ ਹੋਵੇ ਸਕਸੈਸ ਅਤੇ ਹੈਪੀਨੈਸ ਦੇ ਵਿੱਚ। ਬਟ ਇਨ ਦਾ ਰਿਲੇਸ਼ਨਸ਼ਿਪਸ ਬਿਟਵੀਨ ਦ ਟੂ ਕੈਨ ਬੀ ਕੰਪਲੈਕਸ, ਪਰ ਇਹਨਾਂ ਦੇ ਵਿੱਚ ਜਿਹੜਾ ਰਿਲੇਸ਼ਨਸ਼ਿਪ ਆ ਉਹ ਕੰਪਲੈਕਸ ਹੋ ਸਕਦਾ। ਬਾਇਲ ਜਦ ਕਿ ਸਕਸੈਸ ਕੈਨ ਕੰਟਰੀਬਿਊਟ ਟੂ ਹੈਪੀਨੈਸ, ਜਿਹੜੀ ਸਕਸੈਸ ਹੈਗੀ ਉਹ ਕੰਟਰੀਬਿਊਟ ਕਰ ਸਕਦੀ ਹੈ ਹੈਪੀਨੈਸ ਦੇ ਵਿੱਚ ਬਾਈ ਫੁਲਫਿਲਿੰਗ ਗੋਲਸ ਐਂਡ ਪ੍ਰੋਵਾਈਡਿੰਗ ਫਾਈਨੈਂਸ਼ੀਅਲ ਸਿਕਿਉਰਿਟੀ, ਜਦੋਂ ਉਹਨਾਂ ਦੇ ਫੁਲਫਿਲ ਹੋ ਜਾਂਦੇ ਨੇ ਗੋਲਸ ਜਾਂ ਪ੍ਰੋਵਾਈਡ ਕਰਦੇ ਆ ਫਾਈਨੈਂਸ਼ੀਅਲ ਸਿਕਿਉਰਿਟੀ ਸਕਸੈਸ ਦੇ ਵਿੱਚ। ਇਟ ਡਜ਼ ਨਾਟ ਗਰੰਟੀ, ਇਹਦੀ ਕੋਈ ਗਰੰਟੀ ਨਹੀਂ ਹੁੰਦੀ ਹੈਪੀਨੈਸ ਦੀ ਔਨ ਇਟਸ ਓਨ, ਅਤੇ ਇਹਨਾਂ ਦੇ ਉੱਤੇ ਕੋਈ ਵੀ ਗਰੰਟੀ ਨਹੀਂ ਹੁੰਦੀ ਆਪਾਂ ਜੇ ਕਹੀਏ ਸਕਸੈਸ ਦੀ ਵੀ ਫਾਈਨੈਂਸ਼ੀਅਲ ਸਿਕਿਉਰਿਟੀ, ਦੇ ਕਈ ਵਾਰ ਕੋਈ ਖੁਸ਼ ਹੁੰਦਾ ਗਾ ਕਿ ਕਈ ਵਾਰ ਨਹੀਂ ਹੁੰਦਾ ਕੋਈ। The pursuit of success can sometimes lead to stress, burnout and a lack of work-life balance। ਕਈ ਵਾਰ ਜੇ ਆਪਾਂ ਪਿੱਛਾ ਕਰਦੇ ਹਾਂ ਸਕਸੈਸ ਦਾ ਤਾਂ ਉਹ ਆਪਾਂ ਨੂੰ ਇੱਦਾਂ ਦੇ ਵੱਲ ਲੀਡ ਕਰਦਾ ਜਿਵੇਂ ਕਿ ਸਟਰੈਸ ਹੋ ਗਿਆ ਜਾਂ ਕਿਸੇ ਤੋਂ ਚੱਲਣ ਹੋ ਗਈ, ਜਾਂ ਲੈਕ ਹੋ ਜਾਂਦਾ ਗਾ, ਕਮੀ ਆ ਜਾਂਦੀ ਹੈ ਵਰਕ ਲਾਈਫ ਬੈਲੈਂਸ ਦੇ ਵਿੱਚ ਕੈਨ ਬੀ ਨੈਗੇਟਿਵਲੀ ਇੰਪੈਕਟ ਔਨ ਹੈਪੀਨੈਸ, ਜਿਹੜਾ ਕਿ ਨੈਗੇਟਿਵ ਇੰਪੈਕਟ ਪਾਉਂਦਾ ਹੈਗਾ ਹੈਪੀਨੈਸ 'ਤੇ। ਇਟ ਇਜ਼ essential, ਇਹ ਜ਼ਰੂਰੀ ਹੈਗਾ ਟੂ ਫਾਈਂਡ ਆ ਬੈਲੈਂਸ, ਆਪਾਂ ਨੂੰ ਬੈਲੈਂਸ ਫਾਈਂਡ ਕਰਨਾ ਬਿਟਵੀਨ ਦਾ ਸਟਰਾਈਵਿੰਗ ਫॉर ਸਕਸੈਸ ਲਈ ਜਦੋਂ ਵੀ ਆਪਾਂ ਕੋਸ਼ਿਸ਼ ਕਰਦੇ ਹਾਂਗੇ, ਐਂਡ ਪ੍ਰਾਇਓਰਟਾਈਜ਼ਿੰਗ ਪਰਸਨਲ ਵੈਲਬੀਇੰਗ ਐਂਡ
ਕੰਟੈਂਟਮੈਂਟ ਟੂ ਅਚੀਵ ਅ ਹਾਰਮੋਨੀਅਸ ਐਂਡ ਫੁਲਫਿਲ ਲਾਈਫ। ਜਦੋਂ ਵੀ ਆਪਾਂ ਕੋਈ ਪ੍ਰਾਇੋਰਟੀ ਦਿੰਦੇ ਹਾਂ ਆਪਣੀ ਪਰਸਨਲ ਵੈਲਬੀਇੰਗ ਨੂੰ ਜਾਂ ਅਚੀਵ ਕਰਦੇ ਹਾਂ ਕੋਈ ਫੁਲਫਿਲਮੈਂਟ ਆਪਣੀ ਲਾਈਫ ਦੇ ਵਿੱਚ, ਤਾਂ ਉਹਦੇ ਲਈ ਆਪਾਂ ਨੂੰ ਬੈਲੈਂਸ ਜ਼ਰੂਰੀ ਹੁੰਦਾ। ਤਾਂ ਇਹ ਚੀਜ਼ਾਂ ਡਿਪੈਂਡ ਕਰਦੀਆਂ ਨੇ ਸਕਸੈਸ ਅਤੇ ਹੈਪੀਨੈਸ ਦੇ ਵਿੱਚ। ਨੈਕਸਟ ਹੈਗਾ ਇਜ਼ ਇਟ ਈਜ਼ੀ ਟੂ ਸਕਸੀਡ ਇਨ ਨੈਸ਼ਨਲ ਟੈਸਟਸ ਇਨ ਯੂਰ ਕੰਟਰੀ। ਕਿ ਜਿਹੜੇ ਨੈਸ਼ਨਲ ਟੈਸਟ ਹੁੰਦੇ ਹੈਗੇ ਤੁਹਾਡੀ ਕੰਟਰੀ ਦੇ ਵਿੱਚ, ਉਹਨਾਂ ਦੇ ਵਿੱਚ ਸਕਸੈਸ ਪ੍ਰਾਪਤ ਕਰਨਾ ਈਜ਼ੀ ਹੈਗਾ। The ease of succeeding in the national test in my country can vary depending on the specific test। ਕਿ ਜਿਹੜੇ ਇਹ ਸੌਖ ਹੈਗੀ ਸਕਸੈਸ ਪ੍ਰਾਪਤ ਕਰਨ ਦੀ ਨੈਸ਼ਨਲ ਟੈਸਟ ਦੇ ਵਿੱਚ ਮੇਰੀ ਕੰਟਰੀ ਦੇ ਵਿੱਚ, ਉਹ ਡਿਪੈਂਡ ਕਰਦੀ ਹੈਗੀ ਕਿਸੇ ਸਪੈਸ਼ਲ ਟੈਸਟ ਦੇ ਉੱਤੇ। ਇਟਸ ਲੈਵਲ ਆਫ ਡਿਫੀਕਲਟੀ। ਇਹਨਾਂ ਦਾ ਲੈਵਲ ਡਿਫੀਕਲਟੀ 'ਤੇ ਹੁੰਦਾ ਹੈਗਾ ਇੰਡੀਵਿਜੂਅਲਸ ਪ੍ਰੈਪਰੇਸ਼ਨ ਜਾਂ ਐਪਟੀਟਿਊਡ। ਤਾਂ ਇਹ ਕਿਸੇ ਵੀ ਇੰਡੀਵਿਜੂਅਲ ਦੀ ਪ੍ਰੈਪਰੇਸ਼ਨ ਅਤੇ ਤਿਆਰੀ ਅਤੇ ਯੋਗਤਾ 'ਤੇ ਡਿਪੈਂਡ ਕਰਦਾ ਹੈਗਾ। ਸਮ ਨੈਸ਼ਨਲ ਟੈਸਟਸ ਮੇ ਬੀ ਮੋਰ ਚੈਲੰਜਿੰਗ ਐਂਡ ਕੰਪੀਟੀਟਿਵ। ਕੁਛ ਕੁ ਜਿਹੜੇ ਨੈਸ਼ਨਲ ਟੈਸਟ ਹੈਗੇ ਉਹ ਹੋ ਸਕਦੇ ਨੇ ਚੈਲੰਜਿੰਗ ਅਤੇ ਕੰਪੀਟੀਟਿਵ, ਵਾਈਲ ਅਦਰਸ ਮਾਈਟ ਹੈਵ ਅ ਬਾਰਡਰ ਰੇਂਜ ਆਫ। ਅਤੇ ਜਿਹੜੇ ਕੁਛ ਕੁ ਹੈਗੇ ਉਹਨਾਂ ਦੇ ਵਿੱਚ ਬਾਰਡਰ ਰੇਂਜ ਹੁੰਦੀ ਹੈਗੀ ਆਫ ਪਰਫੋਰਮੈਂਸ ਲੈਵਲ, ਅਤੇ ਉਹ ਪਰਫੋਰਮੈਂਸ ਲੈਵਲ ਦੇ ਉੱਤੇ ਡਿਪੈਂਡ ਕਰਦੇ ਹੁੰਦੇ ਨੇ। ਤਾਂ ਇੱਦਾਂ ਆਪਾਂ ਕਹਿ ਸਕਦੇ ਹੈਗੇ ਇਹਦੇ ਵਿੱਚ। ਨੈਕਸਟ ਹੈਗਾ ਵਟ ਆਰ ਦਾ ਫੈਕਟਰਸ ਡੈਟ ਇਨਫਲੂਐਂਸ ਸਟੂਡੈਂਟਸ ਗ੍ਰੇਡ ਐਟ ਸਕੂਲ। ਕਿ ਕਿਹੜੇ ਫੈਕਟਰ ਦੁਆਰਾ ਸਟੂਡੈਂਟਸ ਦੀ ਗ੍ਰੇਡ ਹੈ ਜਿਹੜੀ ਸਕੂਲ ਦੇ ਵਿੱਚ ਪ੍ਰਭਾਵਿਤ ਹੁੰਦੀ ਹੈ। ਦ ਸਟੂਡੈਂਟਸ ਗ੍ਰੇਡਸ ਇਨ ਸਕੂਲ ਆਰ ਇਨਫਲੂਐਂਸਡ ਬਾਈ ਦਾ ਕੰਬੀਨੇਸ਼ਨ ਆਫ ਫੈਕਟਰਸ। ਕਿ ਕੰਬੀਨੇਸ਼ਨ ਹੈ ਫੈਕਟਰਸ ਦਾ ਜਿਨ੍ਹਾਂ ਦੁਆਰਾ ਉਹ ਪ੍ਰਭਾਵਿਤ ਹੁੰਦੀ ਹੈ ਸਟੂਡੈਂਟਸ ਦੀ ਗ੍ਰੇਡ ਸਕੂਲ ਦੇ ਵਿੱਚ। ਦੀਜ਼ ਇਨਕਲੂਡ ਦਾ ਸਟੂਡੈਂਟਸ ਲੈਵਲ ਆਫ ਐਫਰਟ ਐਂਡ ਮੋਟੀਵੇਸ਼ਨ। ਇਹਦੇ ਵਿੱਚ ਇਨਕਲੂਡ ਹੁੰਦਾ ਹੈਗਾ ਸਟੂਡੈਂਟ ਦਾ ਲੈਵਲ ਐਫਰਟ ਅਤੇ ਜਿਹੜਾ ਮੋਟੀਵੇਸ਼ਨ ਦਾ ਲੈਵਲ ਆ। ਦੇ ਆਰ ਸਟੱਡੀ ਹੈਬਿਟਸ, ਉਹਨਾਂ ਦੇ ਸਟੱਡੀ ਹੈਬਿਟਸ ਜਾਂ ਟਾਈਮ ਮੈਨੇਜਮੈਂਟ ਸਕਿੱਲ। ਦਾ ਕੁਆਲਿਟੀ ਆਫ ਇੰਸਟਰਕਸ਼ਨ ਐਂਡ ਦਾ ਟੀਚਿੰਗ ਮੈਥਡ। ਕੁਆਲਿਟੀ ਹੋਵੇ ਜਿਹੜੀ ਇੰਸਟਰਕਸ਼ਨ ਦੀ ਜਾਂ ਟੀਚਿੰਗ ਮੈਥਡਸ ਦੀ ਜਾਂ ਐਜੂਕੇਸ਼ਨਲ ਰਿਸੋਰਸਿਸ ਦੀ, ਇਹਨਾਂ 'ਤੇ ਵੀ ਡਿਪੈਂਡ ਕਰਦੀ ਹੈਗੀ। ਦਾ ਲੈਵਲ ਆਫ ਪੇਰੈਂਟਸ ਸਪੋਰਟ ਐਂਡ ਇਨਵੋਲਵਮੈਂਟ। ਲੈਵਲ ਹੁੰਦਾ ਹੈਗਾ ਜਿਹੜਾ ਪੇਰੈਂਟਸ ਦੀ ਸਪੋਰਟ ਦੇ ਅਤੇ ਉਹਨਾਂ ਦੀ ਇਨਵੋਲਵਮੈਂਟ ਵੀ ਮੇਨ ਹੈਗੀ ਇਹਦੇ ਵਿੱਚ। ਐਂਡ ਦਾ ਸਟੂਡੈਂਟਸ ਓਵਰਆਲ ਹੈਲਥ ਐਂਡ ਵੈਲਬੀਇੰਗ। ਅਤੇ ਜਿਹੜੀ ਸਟੂਡੈਂਟਸ ਦੀ ਓਵਰਆਲ ਹੈਲਥ ਹੁੰਦੀ ਹੈ ਅਤੇ ਵੈਲਬੀਇੰਗ ਹੁੰਦੀ ਹੈ, ਉਹ ਵੀ ਪ੍ਰਭਾਵਿਤ ਕਰਦੀ ਹੈਗੀ ਸਟੂਡੈਂਟਸ ਦੇ ਗ੍ਰੇਡ ਨੂੰ ਸਕੂਲ ਦੇ ਵਿੱਚ।